ਆਪ ਦੀ ਪਹਿਲੀ ਤਨਖਾਹ ਦਿੰਨੀ ਆ, ਸ਼ੁਰੂਆਤ ਮੇਰੇ ਤੋਂ। ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਆ, ਸਾਨੂੰ ਨਾ ਤਾਂ ਰੈਲੀਆਂ ਕਰਨੀਆਂ ਪਈਆਂ, ਨਾ ਧਰਨੇ ਲਾਉਣੇ ਪਏ। ਸਾਡੀ ਜਿਹੜੀ ਬੈਠ ਕੇ ਉਹਨਾਂ ਨੇ ਮੀਟਿੰਗਾਂ ਕਰਦੇ ਰਹੇ ਆ। ਤੁਸੀਂ ਦੇਖਿਆ ਹੋਊਗਾ ਕਿ ਜਿਮਨੀ ਚੋਣਾਂ ਹੋਈਆਂ, ਉਹਦੇ ਵਿੱਚ ਹੀ ਉਹਨਾਂ ਨੇ ਸਾਡੇ ਨਾਲ 11 ਮੀਟਿੰਗਾਂ ਕੀਤੀਆਂ ਨੇ। ਇਹ ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਆ, ਸਾਡੇ ਨਾਲ ਬੈਠੇ ਆ, ਸਾਡਾ ਹੱਲ ਕੱਢਿਆ। ਅਸੀਂ ਇਹ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਡੀਆਂ 3 ਗੁਣਾ ਤਨਖਾਹਾਂ ਕੀਤੀਆਂ, ਤੇ ਮੈਂ ਆਪ ਦੀ ਜਿਹੜੀ ਪਹਿਲੀ ਤਨਖਾਹ ਸੀਐਮ ਭਗਵੰਤ ਮਾਨ ਜੀ ਨੂੰ ਦੇਣਾ ਚਾਹੁੰਦੀ ਆ, ਤਾਂ ਜੋ ਸਾਡੀ ਜਿਹੜੀ ਪਹਿਲੀ ਤਨਖਾਹ ਕਿਸੇ ਚੰਗੇ ਕੰਮ ਤੇ ਲੱਗੇ। ਮਾਨਯੋਗ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ, ਉਹ ਅੱਜ ਕਰਕੇ ਵਿਖਾਇਆ। ਕੱਚਿਆਂ ਤੋਂ ਪੱਕਾ ਸ਼ਬਦ ਲਾਇਆ, ਸਾਨੂੰ ਇੰਕਰੀਮੈਂਟ ਦਿੱਤਾ, ਸਾਨੂੰ ਜਿਹੜੇ 3 ਗੁਣਾ ਤਨਖਾਹਾਂ ਦਿੱਤੀਆਂ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ। ਪਹਾੜੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਕਈ ਜਗ੍ਹਾ ਹੜ੍ਹਾਂ ਦੀ ਚਪੇਟ 'ਚ ਆਏ ਹੋਏ ਨੇ। ਜੇ ਗੱਲ ਕਰੀਏ ਜਲੰਧਰ ਦੇ ਕਈ ਪਿੰਡ ਐਸੇ ਨੇ ਬਾੜ ਦੀ ਚਪੇਟ 'ਚ, ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਗਾਤਾਰ ਬਾੜ ਪੀੜਤਾਂ ਦਾ ਦੌਰਾ ਕੀਤਾ ਜਾ ਰਿਹਾ, ਬਾੜ ਪੀੜਤਾਂ ਦੀ ਸਹਾਇਤਾ ਕਰਨ ਦੇ ਐਲਾਨ ਵੀ ਕੀਤਾ ਜਾ ਰਿਹਾ। ਹੁਣ ਸਾਡੇ ਨਾਲ ਸਰਕਾਰੀ ਟੀਚਰ ਹੈਗੇ ਆ, ਉਹਨਾਂ ਨੇ ਵੀ 1 ਮਹੀਨੇ ਦੀ ਜਿਹੜੀ ਸੈਲਰੀ ਹੈ ਉਹ ਉਸ ਲੋਕਾਂ ਨੂੰ ਦੇਣ ਦਾ ਐਲਾਨ ਕੀਤਾ ਹੋਇਆ ਕਰ ਦਿੱਤਾ ਹੈ ਜਿਹੜੇ ਬਾੜ ਪੀੜਤਾਂ ਦੀ ਹਾਲਾਤ 'ਚ ਫਸੇ ਹੋਏ ਨੇ। ਮੈਡਮ ਸਾਡੇ ਨਾਲ ਮੌਜੂਦ ਹੈ, ਗੱਲਬਾਤ ਕਰ ਲੈ। ਮੈਡਮ, ਕੀ ਲੋੜ ਪੈ ਗਈ ਹੈ ਤੁਸੀਂ ਜਿਹੜੀ 1 ਮਹੀਨੇ ਦੀ ਸੈਲਰੀ ਹੈ ਭਗਵੰਤ ਸਿੰਘ ਮਾਨ ਨੂੰ ਦੇਣ ਦਾ ਐਲਾਨ ਕਰ ਦਿੱਤਾ? ਅਸੀਂ ਇਹ ਤਾਂ ਕੀਤਾ ਕਿਉਂਕਿ ਤੁਸੀਂ ਦੇਖੋ, ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਜਿਨ੍ਹਾਂ ਨੇ ਸਾਨੂੰ ਇੰਨੀ ਦੇਰ 'ਚ ਆਪਾਂ 6000 ਰੁਪਏ ਤਨਖਾਹਾਂ ਤੇ ਕੰਮ ਕਰਦੇ ਪਏ ਸੀਗੇ, ਤੇ ਪਿਛਲੀਆਂ ਸਰਕਾਰਾਂ 'ਚ ਸਾਡਾ ਬਹੁਤ ਘਾਣ ਕੀਤਾ। ਅਸੀਂ ਜੇਲ੍ਹਾਂ ਕੱਟੀਆਂ, ਟਾਵਰਾਂ ਤੇ ਚੜੇ, ਬਹੁਤ ਲਾਠੀ ਚਾਰਜ ਕੀਤਾ ਗਿਆ। ਪਰ ਜਦੋਂ ਦੀ ਸੀਐਮ ਭਗਵੰਤ ਮਾਨ ਸਾਹਿਬ ਦੀ ਸਰਕਾਰ ਆਈ ਆ, ਸਾਨੂੰ ਨਾ ਤਾਂ ਰੈਲੀਆਂ ਕਰਨੀਆਂ ਪਈਆਂ, ਨਾ ਧਰਨੇ ਲਾਉਣੇ ਪਏ। ਸਾਡੀ ਜਿਹੜੀ ਬੈਠ ਕੇ ਉਹਨਾਂ ਨੇ ਮੀਟਿੰਗਾਂ ਕਰਦੇ ਰਹੇ ਆ। ਜਲੰਧਰ 'ਚ ਤੁਸੀਂ ਦੇਖਿਆ ਹੋਊਗਾ ਕਿ ਜਿਮਨੀ ਚੋਣਾਂ ਹੋਈਆਂ, ਉਹਦੇ ਵਿੱਚ ਹੀ ਉਹਨਾਂ ਨੇ ਸਾਡੇ ਨਾਲ 11 ਮੀਟਿੰਗਾਂ ਕੀਤੀਆਂ ਨੇ। ਤੇ ਪਿਛਲੀਆਂ ਸਰਕਾਰਾਂ ਤੁਸੀਂ ਦੇਖਿਆ ਸੀ ਕਿ ਕੋਈ ਵੀ ਮੁੱਖ ਮੰਤਰੀ ਇੱਕ ਵੀ ਮੀਟਿੰਗ ਨਹੀਂ ਸੀ ਕਰਦਾ ਹੁੰਦਾ। ਇਹ ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਆ, ਸਾਡੇ ਨਾਲ ਬੈਠੇ ਆ, ਸਾਡਾ ਹੱਲ ਕੱਢਿਆ। ਤੇ ਅਸੀਂ ਇੰਨੀ ਮਿਹਨਤ ਕਰਦੇ ਪਏ ਆ ਸਾਡੇ ਮਾਨਯੋਗ ਮੁੱਖ ਮੰਤਰੀ ਘਰ ਘਰ ਜਾ ਕੇ, ਜਾਂ ਹੜ੍ਹ ਪੀੜਤਾਂ ਦੀ। ਅਸੀਂ ਇਹ ਚਾਹੁੰਦੇ ਆ ਕਿ ਜਿਨ੍ਹਾਂ ਨੇ ਸਾਡੀਆਂ 3 ਗੁਣਾ ਤਨਖਾਹਾਂ ਕੀਤੀਆਂ, ਸਾਨੂੰ ਇਹ ਨਰਕ ਭਰੀ ਜ਼ਿੰਦਗੀ 'ਚੋਂ ਕੱਢਿਆ, ਤੇ ਮੈਂ ਆਪ ਦੀ ਜਿਹੜੀ ਪਹਿਲੀ ਤਨਖਾਹ ਸੀਐਮ ਭਗਵੰਤ ਮਾਨ ਜੀ ਨੂੰ ਦੇਣਾ ਚਾਹੁੰਦੀ ਆ, ਤਾਂ ਜੋ ਸਾਡੀ ਜਿਹੜੀ ਪਹਿਲੀ ਤਨਖਾਹ ਕਿਸੇ ਚੰਗੇ ਕੰਮ ਤੇ ਲੱਗੇ। ਤੇ ਚਾਹੇ ਇਹ ਛੋਟਾ ਜਿਹਾ ਯੋਗਦਾਨ ਆ, ਪਰ ਅਸੀਂ ਇਹ ਪਾਉਣਾ ਚਾਹੁੰਦੇ ਆ। ਮੈਡਮ, ਜੇ ਗੱਲ ਕਰੀਏ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਹੈ, ਕਾਂਗਰਸ ਦੀ ਸਰਕਾਰ ਰਹੀ ਹੈ, ਜਦੋਂ ਉਸ ਟਾਈਮ ਵੀ ਤੁਸੀਂ ਧਰਨੇ ਲਗਾਉਂਦੇ ਸੀਗੇ, ਉਦੋਂ ਆਪ ਖੁਦ ਆਉਂਦੇ ਸੀ ਮੌਕੇ ਦੇ ਉੱਤੇ, ਉਹ ਕਹਿੰਦੇ ਸੀ ਸਾਡੀ ਸਰਕਾਰ ਬਣਨ ਦਿਓ, ਤੁਹਾਨੂੰ ਪੱਕੇ ਕਰ ਦਿਆਂਗੇ। ਉਸ ਤੋਂ ਬਾਅਦ ਤੁਸੀਂ ਲਗਾਤਾਰ ਸੋਟੀਆਂ ਖਾਧੀਆਂ, ਪਾਣੀ ਦੀਆਂ ਬੁਛਾਰਾਂ ਪਈਆਂ, ਨਹਿਰਾਂ 'ਚ ਛਲਾਂਗਾਂ ਵੀ ਮਾਰ ਦਿੱਤੀਆਂ। ਬਿਲਕੁਲ, ਜਦੋਂ ਬਾਦਲ ਸਰਕਾਰ ਸੀ ਅਸੀਂ ਨਹਿਰਾਂ 'ਚ ਛਾਲਾਂ ਮਾਰੀਆਂ ਸੀਗੀਆਂ, 13 ਦਿਨ ਦੀ ਜੇਲ੍ਹ ਕੱਟੀ। ਪਰ ਉੱਦਾਂ ਵੈਸੇ ਬੜੇ ਟਵੀਟ ਆਉਂਦੇ ਆ, ਚਾਹੇ ਉਹ ਹਰਸਿਮਰਤ ਬਾਦਲ ਦੇ ਹੋਣ, ਚਾਹੇ ਕਿਸੇ ਸਰਕਾਰ ਦੇ ਹੋਵੇ, ਉਹ ਟਵੀਟ ਕਰਦੇ ਆ ਨੰਨੀ ਸ਼ਾਹ। ਕਿ ਉਦੋਂ ਉਹਨਾਂ ਨੂੰ ਨਹੀਂ ਸੀ ਪਤਾ ਕਿ ਨੰਨੀ ਸ਼ਾਹ ਜਾਂ ਨਹਿਰ 'ਚ ਛਾਲ ਮਾਰੀ ਆ। ਉਦੋਂ ਬਾਰਾਤ ਦੇ 12 ਵਜੇ ਚੱਕ ਕੇ ਜੇਲ੍ਹ 'ਚ ਭੇਜਤਾ। ਸਾਡੇ ਜਿਹੜੇ ਆ ਕਿ ਉਦੋਂ ਅਸੀਂ ਜਦੋਂ ਨੌਕਰੀ 'ਚ ਆਏ ਸੀ, 14 ਮਹੀਨਿਆਂ ਦੀ ਬੱਚੀ ਸੀ ਰੂਥ, ਉਹ ਸ਼ਹੀਦ ਹੋ ਗਈ, ਉਹਨੂੰ ਕੁਰਬਾਨੀ ਦੇਣੀ ਪਈ। ਪਰ ਸਰਕਾਰ ਫਿਰ ਵੀ ਜਿਹੜੀ ਅਣਸੁਣੀ ਗੱਲ ਕਰ ਦਿੰਦੀ ਸੀਗੀ। ਇਸੇ ਸੰਬੰਧ 'ਚ ਹੁਣ ਤੁਸੀਂ ਇਹ ਦੇਖੋ ਵੀ ਮਾਨ ਸਰਕਾਰ ਜਦੋਂ ਦੀ ਆਈ ਆ, ਉਹਨਾਂ ਨੇ ਸਾਡੇ ਨਾਲ ਬੈਠ ਕੇ ਗੱਲ ਕੀਤੀ ਆ, ਸਾਡੇ ਪੁਖਤੇ ਹੱਲ ਕੀਤੇ ਆ। ਜਿਵੇਂ ਅਸੀਂ ਸਰਕਾਰਾਂ ਪਹਿਲੀਆਂ ਸੀਗੀਆਂ ਸਾਡੀਆਂ ਗੱਲ ਨਹੀਂ, ਤੇ ਜਦੋਂ ਬਾਦਲ ਸਰਕਾਰ ਸੀ ਉਦੋਂ ਸਾਡੇ ਕੋਲ ਕੈਪਟਨ ਸਾਹਿਬ ਆਏ ਸੀ, ਉਹਨਾਂ ਨੇ ਇੱਕ ਗੱਲ ਕਹੀ ਸੀ ਦਰੀ ਤੇ ਆ ਕੇ, ਜਦੋਂ ਮੈਂ ਸੱਤਾ 'ਚ ਆਊਂਗਾ, ਜਿੰਨੀ ਤੁਹਾਡੀ ਤਨਖਾਹ ਇੰਨੀ ਤੇ ਮੇਰੀ ਮਾਲੀ ਵੀ ਨਹੀਂ ਲੈਂਦਾ, ਆਉਂਦੇ ਸਾਰ ਤੁਹਾਨੂੰ ਪੱਕਿਆਂ ਕਰਾਂਗੇ। ਪਰ ਸਰਕਾਰ ਨੇ ਨਾ ਤੇ ਸਾਡੀ ਤਨਖਾਹ ਵਧਾਈ, ਨਾ ਕੈਪਟਨ ਸਰਕਾਰ ਨੇ ਸਾਡੇ ਜਿਹੜੇ ਆ ਪੱਕਿਆਂ ਕੀਤਾ। ਪਰ ਲੋਕ ਕਹਿੰਦੇ ਸੀ ਕਿ ਸੀਐਮ ਭਗਵੰਤ ਮਾਨ ਜੀ ਵੀ ਤੁਹਾਡੇ ਨਾਲ ਦਰੀ ਤੇ ਆ ਕੇ ਬੈਠੇ ਆ, ਇਹਨਾਂ ਨੇ ਤੁਹਾਡਾ ਕੁਝ ਨਹੀਂ ਕਰਨਾ। ਪਰ ਸਾਨੂੰ ਇੱਕ ਯਕੀਨ ਸੀ, ਅਸੀਂ 2 ਸਰਕਾਰਾਂ ਦੇਖੀਆਂ ਸੀ, ਅਸੀਂ ਕਿਹਾ ਅਸੀਂ ਇੱਕ ਬਦਲਾਅ ਲਿਆਉਣਾ। ਸਭ ਤੋਂ ਜ਼ਿਆਦਾ ਸਾਡੇ ਅਧਿਆਪਕਾਂ ਦਾ ਹੱਥ ਆ ਕਿ ਅਸੀਂ ਇੱਕ ਬਦਲਾਵ ਲਿਆਂਦਾ। ਪਰ ਉਹ ਬਦਲਾਵ ਅੱਜ ਦੇਖਣ 'ਚ ਆਇਆ। ਜੋ ਸੀਐਮ ਸਾਹਿਬ ਨੇ ਸਾਡੇ ਮਾਨਯੋਗ ਭਗਵੰਤ ਮਾਨ ਸਾਹਿਬ ਨੇ ਕਿਹਾ ਸੀ, ਉਹ ਅੱਜ ਕਰਕੇ ਵਿਖਾਇਆ। ਸਾਨੂੰ ਜਿਹੜਾ ਕੱਚਿਆਂ ਤੋਂ ਪੱਕਾ ਸ਼ਬਦ ਲਾਇਆ, ਸਾਨੂੰ ਇੰਕਰੀਮੈਂਟ ਦਿੱਤਾ, ਸਾਨੂੰ ਜਿਹੜੇ 3 ਗੁਣਾ ਤਨਖਾਹਾਂ ਦਿੱਤੀਆਂ। ਅਸੀਂ ਬਹੁਤ ਧੰਨਵਾਦ ਕਰਦੇ ਹਾਂ ਸਰਕਾਰ ਦਾ। ਹਰਪ੍ਰੀਤ ਕੌਰ ਜੀ, ਜਦੋਂ ਤੁਸੀਂ ਧਰਨੇ ਤੇ ਬੈਠੇ ਸੀ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੁਹਾਡੇ ਨਾਲ ਆ ਕੇ ਧਰਨੇ ਤੇ ਬੈਠਦੇ, ਤੁਹਾਡੇ ਨਾਲ ਗੱਲਬਾਤ ਕਰਦੇ, ਤੁਹਾਨੂੰ ਯਕੀਨ ਸੀ ਕਿ ਭਗਵੰਤ ਮਾਨ ਸਾਹਿਬ ਇੱਥੇ ਆਏ ਆ ਔਰ ਤੁਹਾਡੇ ਨਾਲ ਜੋ ਵਾਅਦਾ ਕਰਕੇ ਚੱਲੇ ਆ ਉਹ ਜਲਦ ਪੂਰਾ ਕਰ ਦੇਣਗੇ? ਬਿਲਕੁਲ, ਸਾਨੂੰ ਇਹ ਲੱਗਾ ਸੀ, ਇਸੇ ਕਰਕੇ ਅਸੀਂ ਉਹਨਾਂ ਨੂੰ ਵੋਟਾਂ ਪਾ ਕੇ ਜਿਹੜੀ ਨਵੀਂ ਸਰਕਾਰ ਲਿਆਂਦੀ। ਕਿਉਂਕਿ ਉਹਨਾਂ ਨੇ ਆ ਕੇ ਇੱਕ ਗੱਲ ਕਹੀ ਸੀ, ਮੈਂ ਮਾਸਟਰ ਦਾ ਮੁੰਡਾ ਆ ਤੇ ਮੈਨੂੰ ਤੁਹਾਡਾ ਦੁੱਖ ਦਰਦ ਪਤਾ। ਮੈਂ ਕਹਿੰਦੇ ਸੀ ਕਿ ਕੱਚੀਆਂ ਇੱਟਾਂ ਸੁਣੀਆਂ ਸੀ ਪਰ ਕੱਚੇ ਅਧਿਆਪਕ ਨਹੀਂ ਸੀ ਸੁਣੇ। ਕਹਿੰਦੇ ਕਿ ਤੁਸੀਂ ਮੈਂ ਕੱਚੇ, ਕਹਿੰਦੇ ਹੁਣ ਤੇ ਜਿਹੜੇ ਆ ਕੱਚੇ ਘਰ ਵੀ ਨਹੀਂ ਰਹੇ, ਪਰ ਅਧਿਆਪਕ ਕੱਚੇ ਕਿੱਥੋਂ ਰਹਿ ਗਏ? ਕਹਿੰਦੇ ਆਉਂਦਿਆਂ ਸਾਰ ਪਹਿਲਾਂ ਤੁਹਾਨੂੰ ਪੱਕਿਆਂ ਕਰਾਂਗੇ। ਸੋ ਸਾਨੂੰ ਇੰਨਾ ਪਤਾ ਵੀ ਜੋ ਸਰਕਾਰ ਨੇ ਕਿਹਾ ਉਹ ਸਰਕਾਰ ਨੇ ਕਰਕੇ ਵਿਖਾਇਆ। ਜਿਸ ਜਗ੍ਹਾ ਅਸੀਂ ਇਸ ਟਾਈਮ ਖੜੇ ਆਂ, ਇੱਥੇ ਹੀ ਭਗਵੰਤ ਸਿੰਘ ਮਾਨ ਆਏ ਸੀਗੇ, ਇੱਥੇ ਰੈਲੀ ਕੀਤੀ ਸੀ, ਤੁਹਾਡਾ ਸਤਿਕਾਰ ਪੂਰਾ ਕੀਤਾ ਸੀ।
ਬਿਲਕੁਲ ਅੱਜ ਤੱਕ ਅਸੀਂ ਨਹੀਂ ਵੇਖਿਆ ਕਿ ਕੋਈ ਮੁੱਖ ਮੰਤਰੀ ਨੂੰ ਚੇਤਾ ਹੋਵੇ ਭਈ ਇਹ ਬੰਦਾ ਮੈਨੂੰ ਮਿਲ ਕੇ ਗਿਆ। ਤੁਸੀਂ ਇੱਥੇ ਦੇਖਿਆ ਹੋਊਗਾ, ਇੱਥੇ ਟੈਂਟ ਲੱਗਾ ਸੀ, ਸੀਐਮ ਸਾਹਿਬ ਬਕਾਇਦਾ ਮੈਨੂੰ ਮਿਲੇ, ਨਾਲ ਹੀ ਉਹਨਾਂ ਨੇ ਕਿਹਾ ਕਿ ਉਹ ਕੁੜੀ ਆ ਜਿਹੜੀ ਹੈਲੀਪੈਡ ਤੇ ਹਮੇਸ਼ਾ ਮੈਨੂੰ ਮਿਲਦੀ ਰਹੀ ਆ, ਤੇ ਕਹਿੰਦੇ ਸੀ ਕਿ ਮੈਂ ਇਹਨੂੰ ਇੱਕ ਗੱਲ ਕਹੀ ਸੀ ਕਿ ਆਉਣ ਵਾਲੇ ਦਿਨਾਂ 'ਚ ਮੈਂ ਬਦਲਾਵ ਲਿਆਉਂਗਾ, ਤੁਹਾਡੇ ਦਿਨ ਜਿਹੜੇ ਵਧੀਆ ਹੋਣਗੇ। ਪਰ ਉਹਨਾਂ ਨੇ ਬਦਲਾਵ ਲਿਆਂਦਾ। ਤੇ ਇੱਕ ਗੱਲ ਹੋਰ ਆ, ਪਹਿਲੇ ਮੁੱਖ ਮੰਤਰੀ ਸਾਹਿਬ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਅਨਾਉਂਸ ਕਰਨ ਤੋਂ ਪਹਿਲਾਂ ਇੱਕ ਫੋਨ ਕੀਤਾ ਗਿਆ ਸਾਨੂੰ ਕਿ ਤੁਸੀਂ ਇੰਨੀਆਂ ਤਨਖਾਹਾਂ ਤੇ ਜਿਹੜਾ ਸੈਟੀਸਫਾਈਡ ਹੋ। ਅਸੀਂ ਕਿਹਾ ਬਿਲਕੁਲ, ਕਿਉਂਕਿ 6000 ਨਾਲ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਸੀ ਚੱਲਦੇ। ਪਰ ਅੱਜ ਤੱਕ ਤੁਸੀਂ ਕਦੀ ਦੇਖਿਆ ਕਿਸੇ ਮੁੱਖ ਮੰਤਰੀ ਨੇ, ਕਿਸੇ ਸਿੱਖਿਆ ਮੰਤਰੀ ਜਾਂ ਇਹਨਾਂ ਦੇ ਪਹਿਲੇ ਜਿਹੜੇ ਮੰਤਰੀ ਹੁੰਦੇ ਪਿਛਲੀਆਂ ਸਰਕਾਰਾਂ ਦੇ, ਉਹ ਤੇ ਕਿਸੇ ਨਾਲ ਸਿੱਧੇ ਮੂੰਹ ਗੱਲ ਨਹੀਂ ਸੀ ਕਰਦੇ ਹੁੰਦੇ, ਪਰ ਇਹ ਆਪ ਫੋਨ ਕਰਕੇ ਪੁੱਛਦੇ ਆ ਵੀ ਤੁਸੀਂ ਇਹ ਚੀਜ਼ ਨਾਲ ਸੈਟੀਸਫਾਈਡ ਹੈਗੇ ਆ। ਅਸੀਂ ਵੀ ਬਹੁਤ ਖੁਸ਼ ਹਾਂ। ਹਰਪ੍ਰੀਤ ਕੌਰ ਜੀ, ਮੇਰਾ ਲਾਸਟ ਕੁਐਸਚਨ ਹੈ, ਸਿਰਫ ਤੁਸੀਂ ਹੀ ਪਹਿਲੀ ਤਨਖਾਹ ਦੇ ਰਹੇ ਹੋ ਜਾਂ ਬਾਕੀ ਟੀਚਰ ਵੀ ਦੇ ਰਹੇ? ਮੈਂ ਆਪ ਦੀ ਪਹਿਲੀ ਤਨਖਾਹ ਦਿੰਨੀ ਆ, ਸ਼ੁਰੂਆਤ ਮੇਰੇ ਤੋਂ ਆ। ਮਹੀਨੇ ਦੀ ਜਿਹੜੀ ਸੈਲਰੀ ਹੈ ਬਾੜ ਪੀੜਤਾਂ ਦੇ ਲਈ ਭਗਵੰਤ ਸਿੰਘ ਮਾਨ ਨੂੰ ਜ਼ਰੂਰ ਦੇਣਗੇ। ਕੈਮਰਾਮੈਨ ਜਤਿਨ ਦੇ ਨਾਲ ਵਿਨੈ ਸ਼ਰਮਾ, ਦੈਨਿਕ ਸਵੇਰਾ ਟੀਵੀ, ਜਲੰਧਰ।